ਅਸੀਂ ਮੈਪ ਤਿਆਰ ਕਰਾਂਗੇ ਵੀ ਆਪਾਂ ਮਾਰਚ ਕਿਵੇਂ ਕਰਨਾ ਹੈ, ਕਿਹੜੇ ਪਾਸੇ ਜਾਣਾ ਹੈ, ਕਿੱਥੇ ਨਹੀਂ ਜਾਣਾ, ਉਹ ਸਾਰਾ ਡਿਸਾਈਡ ਹਾਲੇ ਹੋਣ ਵਾਲਾ ਹੈ। ਤੁਸੀਂ ਉਹ ਸੋਧ ਨੂੰ ਵਾਪਸ ਲੈ ਲਓ, ਇਹਦੇ 'ਚ ਰੀਪੀਲ ਵਾਲੀ ਤਾਂ ਗੱਲ ਹੀ ਨਹੀਂ। ਤੁਸੀਂ ਕਹਿੰਦੇ ਅਸੀਂ ਰੀਪੀਲ ਤੋਂ ਤੰਗ ਆ, ਮਤਲਬ ਉਹਦੇ 'ਤੇ ਐਲਰਜੀ ਆ ਸਾਨੂੰ। ਅਸੀਂ ਕਿਹਾ ਉਹ ਤਾਂ ਰੀਪੀਲ ਹੈ ਹੀ ਨਹੀਂ, ਉਹ ਤਾਂ ਵਾਪਸ ਲੈਣਾ, ਤੁਸੀਂ ਉਹਨੂੰ ਵਾਪਸ ਲੈ ਲਓ। ਔਰ ਅੱਜ ਸਾਨੂੰ ਰਿਪੋਰਟ ਮਿਲੀ ਕਿ ਜਿਹੜਾ ਸਾਡੇ ਕਾਰਪੋਰੇਟ ਘਰਾਣੇ ਜਿਹੜੇ ਸੰਗਤਾਂ ਨੂੰ ਇੱਥੇ ਲੈ ਕੇ ਆਉਂਦੇ ਆ, ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਇੱਥੇ ਲੈ ਕੇ ਆਉਂਦੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਨੋਟਿਸ ਕੱਢ ਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ। ਪਰ ਅਸੀਂ ਉਸ ਦੇ ਨਾਲ ਖੜੇ ਹਾਂ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਜਦੋਂ ਵੀ ਮੀਟਿੰਗ ਸ਼ੁਰੂ ਹੁੰਦੀ, ਜਿਹੜੇ ਸਾਡੇ ਕਰੰਟ ਇਸ਼ੂ ਹੁੰਦੇ ਆ, ਅਸੀਂ ਉਹਨਾਂ ਦਾ ਜ਼ਰੂਰ ਚਰਚਾ ਕਰਨੇ ਔਰ ਸਰਕਾਰ ਤੋਂ ਉਹਦੀ ਰਿਪੋਰਟ ਵੀ ਮੰਗਦੇ ਹਾਂ ਜੀ। ਤੋਂ ਆਪ ਨੂੰ ਪਤਾ ਕਿ ਭਾਜਪਾ ਸਰਕਾਰ ਨੇ ਸਾਨੂੰ ਪਹਿਲੀ ਮੀਟਿੰਗ ਲਈ ਦੀਵਾਲੀ ਦੇ ਨੇੜੇ ਤੇੜੇ ਤੇ ਸੱਦਿਆ ਸੀ। ਉਹ ਉਸ ਵੇਲੇ ਵੀ ਇਹਨਾਂ ਸਾਨੂੰ ਇੱਥੇ ਬੁਲਾ ਕੇ ਔਰ ਪੰਜਾਬ ਦੇ ਜਿਹੜੇ ਆਪਣੇ ਮੇਨ ਲੀਡਰ ਸੀ, ਉਹ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਸਮਝਾਉਣ ਲਈ ਘੱਲਦੇ ਸੀ। ਔਰ ਉਹੀ ਮਨਸ਼ਾ ਸਰਕਾਰ ਸਾਨੂੰ ਮੀਟਿੰਗ ਤੇ ਬੁਲਾਉਂਦੀ ਰਹੀ ਔਰ ਸਾਨੂੰ ਪਿੱਛੋਂ ਅੱਤਵਾਦੀ, ਖਾਲਿਸਤਾਨੀ, ਮਾਓਵਾਦੀ ਦੇ ਨਾਂ ਤੇ ਕਹਿੰਦੇ ਰਹੇ। ਸੋ ਸਰਕਾਰ ਕਿਤੇ ਨਾ ਕਿਤੇ ਕਾਰਪੋਰੇਟ ਦੇ ਪੱਖ ਦੇ ਵਿੱਚ ਹੀ ਕਾਨੂੰਨ ਨਹੀਂ ਬਣਾਉਣਾ ਚਾਹੁੰਦੀ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਅਨਾਜ ਖਰੀਦ ਕੇ ਬੱਸ ਕਰਾਂਗੇ, ਐਫਸੀ ਬੰਦ ਕਰਾਂਗੇ, ਤੇ ਜਿਹੜੇ ਸਾਡੇ ਸੱਕੇ ਪੁੱਤਰ ਕਾਰਪੋਰੇਟ ਘਰਾਣੇ ਨੇ ਜਾਂ ਸਮਝ ਲਈਏ ਇਹਨਾਂ ਦੇ ਬਾਪ ਨੇ, ਉਹ ਕਿਤੇ ਨਾ ਕਿਤੇ ਔਖੇ ਨਾ ਹੋਣ ਕਿ ਉਹਨਾਂ ਨੂੰ ਕਿਤੇ ਕਿਸਾਨਾਂ ਨੂੰ ਪੂਰੀ ਕੀਮਤ ਦੇ ਕੇ ਔਰ ਜਿਹੜਾ ਅਨਾਜ ਨਾ ਖਰੀਦਣਾ ਪਵੇ। ਆਗੂ ਸਾਡੇ ਨਾਲ ਲਗਾਤਾਰ ਜੁੜਦੇ ਜਾ ਰਹੇ ਨੇ। ਕਿਰਪਾਲ ਸਿੰਘ ਜੀ ਜੁੜੇ ਨੇ। ਕੀ ਲੱਗਦਾ ਹੈ ਸਰਕਾਰ ਫਿਰ ਸ਼ੱਕ ਦੇ ਘੇਰੇ ਵਿੱਚ ਖੜੀ ਹੈ ਕਿਸਾਨ ਜਥੇਬੰਦੀਆਂ ਅੱਗੇ? ਕਿਉਂਕਿ MSP ਤੇ ਸਟਾਰਟਿੰਗ ਦੇ ਵਿੱਚ ਜਦੋਂ ਬੈਠਕਾਂ ਹੁੰਦੀਆਂ ਰਹੀਆਂ, ਸਰਕਾਰ ਕਹਿੰਦੀ ਰਹੀ MSP ਜਾਰੀ ਰਹੇਗੀ, ਲੇਕਿਨ ਅੱਜ ਉਸ ਦੀ ਚਰਚਾ ਤੋਂ ਵੀ ਭੱਜਦੀ ਦਿਖਾਈ ਦੇਈ ਹੈ। ਸਰਕਾਰ ਜ਼ੁਬਾਨ 'ਚੋਂ ਬੋਲ ਦਿੰਦੀ ਹੈ ਕਿ MSP ਜਾਰੀ ਰਹੇਗੀ, ਲੇਕਿਨ ਲਿਖਤੀ ਨੋਟੀਫਿਕੇਸ਼ਨ ਜਿਹੜਾ ਹਲੇ ਵੀ ਜਾਰੀ ਨਹੀਂ ਕਰ ਰਹੀ। ਵੇਖੋ, ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਸਰਕਾਰ ਨੂੰ MSP ਕਾਨੂੰਨ ਬਣਾਉਣ ਵਿੱਚ ਦਿੱਕਤ ਕੀ ਆ। ਕਿਉਂਕਿ ਪ੍ਰੋਬਲਮ ਤਾਂ ਇਹੀ ਨਾ ਵੀ ਤੁਸੀਂ ਜਿੰਨਾ ਅਨਾਜ ਖਰੀਦਣਾ ਖਰੀਦੋ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਕਾਰਪੋਰੇਟ ਘਰਾਣਾ ਸਾਤੋਂ ਕੋਈ ਚੀਜ਼ ਖਰੀਦਦਾ, ਉਹ ਜਿਹੜਾ MSP ਤੁਸੀਂ ਤੈਅ ਕੀਤੇ ਉਸ ਤੋਂ ਘੱਟ ਨਾ ਖਰੀਦੇ। ਸੋ ਸਰਕਾਰ ਕਿਤੇ ਨਾ ਕਿਤੇ ਕਾਰਪੋਰੇਟ ਦੇ ਪੱਖ ਦੇ ਵਿੱਚ ਹੀ ਕਾਨੂੰਨ ਨਹੀਂ ਬਣਾਉਣਾ ਚਾਹੁੰਦੀ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਅਨਾਜ ਖਰੀਦ ਕੇ ਬੱਸ ਕਰਾਂਗੇ, ਐਫਸੀ ਬੰਦ ਕਰਾਂਗੇ, ਤੇ ਜਿਹੜੇ ਸਾਡੇ ਸੱਕੇ ਪੁੱਤਰ ਕਾਰਪੋਰੇਟ ਘਰਾਣੇ ਨੇ ਜਾਂ ਸਮਝ ਲਈਏ ਇਹਨਾਂ ਦੇ ਬਾਪ ਨੇ, ਉਹ ਕਿਤੇ ਨਾ ਕਿਤੇ ਔਖੇ ਨਾ ਹੋਣ ਕਿ ਉਹਨਾਂ ਨੂੰ ਕਿਤੇ ਕਿਸਾਨਾਂ ਨੂੰ ਪੂਰੀ ਕੀਮਤ ਦੇ ਕੇ ਔਰ ਜਿਹੜਾ ਅਨਾਜ ਨਾ ਖਰੀਦਣਾ ਪਵੇ। ਪਰ ਸਾਡੀ ਉਹੀ ਮੰਗ ਹੈ ਕਿ MSP ਦੇ ਕਾਨੂੰਨ ਬਣਨਗੇ ਔਰ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੋਣਗੇ ਔਰ ਉਹਨਾਂ ਚਿਰ ਅਸੀਂ ਇੱਕ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਚਲਾਉਂਦੇ ਰਹਾਂਗੇ। NIA ਵੱਲੋਂ ਜਿਸ ਤਰੀਕੇ ਨਾਲ ਤੰਗ ਕੀਤਾ ਜਾ ਰਿਹਾ ਟਰਾਂਸਪੋਰਟਰਾਂ ਨੂੰ, ਪੱਤਰਕਾਰਾਂ ਨੂੰ, ਗੀਤਕਾਰਾਂ ਨੂੰ, ਤਾਂ ਇਸ ਤਰੀਕੇ ਚਰਚਾ ਹੋਈ ਹੈ ਕਿ ਦਬਾਅ ਕਿਉਂ ਪਾ ਰਹੀ ਹੈ? ਇੱਕ ਪਾਸੇ ਜੇ ਸਰਕਾਰ ਸਹਿਮਤੀ ਦਿਖਾਉਂਦੀ ਹੈ, ਦੂਜੇ ਪਾਸੇ ਡਰਾ ਧਮਕਾ ਕਿਉਂ ਰਹੀ ਹੈ? ਇਹ ਪਹਿਲਾਂ ਦੀ ਦੂਰੀ ਨੀਤੀ ਰਹੀ ਹੈ, ਰਣਨੀਤੀ। ਜਦੋਂ ਆਪ ਨੂੰ ਪਤਾ ਕਿ ਭਾਜਪਾ ਸਰਕਾਰ ਨੇ ਸਾਨੂੰ ਪਹਿਲੀ ਮੀਟਿੰਗ ਲਈ ਦੀਵਾਲੀ ਦੇ ਨੇੜੇ ਤੇੜੇ ਤੇ ਸੱਦਿਆ ਸੀ, ਉਹ ਉਸ ਵੇਲੇ ਵੀ ਇਹਨਾਂ ਸਾਨੂੰ ਇੱਥੇ ਬੁਲਾ ਕੇ ਔਰ ਪੰਜਾਬ ਦੇ ਜਿਹੜੇ ਆਪਣੇ ਮੇਨ ਲੀਡਰ ਸੀ, ਉਹ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਸਮਝਾਉਣ ਲਈ ਘੱਲਦੇ ਸੀ। ਔਰ ਉਹੀ ਮਨਸ਼ਾ ਸਰਕਾਰ ਸਾਨੂੰ ਮੀਟਿੰਗ ਤੇ ਬੁਲਾਉਂਦੀ ਰਹੀ ਔਰ ਸਾਨੂੰ ਪਿੱਛੋਂ ਅੱਤਵਾਦੀ, ਖਾਲਿਸਤਾਨੀ, ਮਾਓਵਾਦੀ ਦੇ ਨਾਂ ਤੇ ਕਹਿੰਦੇ ਰਹੇ। ਪਰ ਹੁਣ ਕਿਤੇ ਨਾ ਕਿਤੇ ਸਰਕਾਰ ਫਿਰ ਉਹੀ ਪਿੱਛੋਂ ਸਾਡੇ ਆੜਤੀ ਵੀਰਾਂ ਨੂੰ, ਸਿੰਗਰ ਵੀਰਾਂ ਨੂੰ ਪਰੇਸ਼ਾਨ ਕੀਤਾ। ਔਰ ਅੱਜ ਸਾਨੂੰ ਰਿਪੋਰਟ ਮਿਲੀ ਕਿ ਜਿਹੜਾ ਸਾਡੇ ਕਾਰਪੋਰੇਟ ਘਰਾਣੇ ਜਿਹੜੇ ਸੰਗਤਾਂ ਨੂੰ ਇੱਥੇ ਲੈ ਕੇ ਆਉਂਦੇ ਆ, ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਇੱਥੇ ਲੈ ਕੇ ਆਉਂਦੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਨੋਟਿਸ ਕੱਢ ਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ। ਪਰ ਅਸੀਂ ਉਸ ਦੇ ਨਾਲ ਖੜੇ ਹਾਂ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਜਦੋਂ ਵੀ ਮੀਟਿੰਗ ਸ਼ੁਰੂ ਹੁੰਦੀ, ਜਿਹੜੇ ਸਾਡੇ ਕਰੰਟ ਇਸ਼ੂ ਹੁੰਦੇ ਆ, ਅਸੀਂ ਉਹਨਾਂ ਦਾ ਜ਼ਰੂਰ ਚਰਚਾ ਕਰਨੇ ਔਰ ਸਰਕਾਰ ਤੋਂ ਉਹਦੀ ਰਿਪੋਰਟ ਵੀ ਮੰਗਦੇ ਹਾਂ ਜੀ। ਕਿਰਪਾਲ ਸਿੰਘ ਜੀ, ਇੱਕ ਅਫਵਾਹਾਂ ਜਾਂ ਕਹਿ ਲਓ ਜਾਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿ 26 ਜਨਵਰੀ ਨੂੰ ਲੈ ਕੇ ਹਿੰਸਾ ਹੋ ਸਕਦੀ ਹੈ। ਵੱਖ-ਵੱਖ ਆਗੂ ਜਿਹੜੇ ਬਿਆਨ ਦੇ ਰਹੇ ਨੇ ਕਿ ਟਰੈਕਟਰ ਮਾਰਚ ਅਸੀਂ ਲਾਲ ਕਿਲ੍ਹਾ ਘੇਰਾਂਗੇ ਜਾਂ ਅਸੀਂ ਇੱਥੇ ਪਰੇਡ ਕਰਾਂਗੇ। ਤਾਂ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਵੀ ਇੱਕ ਗੁੰਮਰਾਹ ਕਰਨ ਦਾ ਮਾਹੌਲ ਹੈ। ਕਿਸਾਨ ਜਥੇਬੰਦੀ ਵੀ ਹੈਰਾਨ ਨੇ ਕਿ ਇਸ ਤਰੀਕੇ ਦੀਆਂ ਬਿਆਨਬਾਜ਼ੀਆਂ ਜਾਂ ਇਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਫੈਲਾਈ ਜਾ ਰਹੀਆਂ ਨੇ ਕਿ ਕਿਸਾਨ ਲਗਾਤਾਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ। ਤੇ ਫਿਰ 26 ਜਨਵਰੀ ਜਿਸ ਤਰੀਕੇ ਨਾਲ ਰਿਹਰਸਲ ਪਹਿਲਾਂ ਦਿਖਾਈ ਗਈ, ਹੁਣ 26 ਜਨਵਰੀ ਤੇ ਕੀ ਰਣਨੀਤੀ ਤੈਅ ਹੋ ਰਹੀ ਹੈ ਕਿ ਕਿਸ ਤਰੀਕੇ ਨਾਲ ਪਰੇਡ ਕੀਤੀ ਜਾਏਗੀ? ਜਿੱਥੋਂ ਤੱਕ ਮੈਨੂੰ ਜਾਣਕਾਰੀ ਜੀ, ਅਸੀਂ ਅੱਜ ਵਾਲੀ ਜਿਹੜੀ ਮੀਟਿੰਗ ਸੀ ਉਹਦੇ ਸਬੰਧ ਵਿੱਚ ਇਹ ਕਿਹਾ ਸੀ ਕਿ ਜਿਹੜੀ ਅੱਜ ਵਾਲੀ ਮੀਟਿੰਗ 15 ਤਰੀਕ ਦੇ ਬਾਅਦ ਅਸੀਂ ਇੱਕ ਸੰਯੁਕਤ ਮੋਰਚੇ ਜਿਹੜੀ ਮੀਟਿੰਗ 16 ਤਰੀਕ ਨੂੰ ਆ, ਉਹਦੇ ਵਿੱਚ ਅਸੀਂ ਮੈਪ ਤਿਆਰ ਕਰਾਂਗੇ ਵੀ ਆਪਾਂ ਮਾਰਚ ਕਿਵੇਂ ਕਰਨਾ ਹੈ, ਕਿਹੜੇ ਪਾਸੇ ਜਾਣਾ ਹੈ, ਕਿੱਥੇ ਨਹੀਂ ਜਾਣਾ, ਉਹ ਸਾਰਾ ਡਿਸਾਈਡ ਹਾਲੇ ਹੋਣ ਵਾਲਾ। ਪਰ ਇਹ ਜਿਹੜੀਆਂ ਅਫਵਾਹਾਂ ਮੈਂ ਨਹੀਂ ਕਹੂੰਗਾ ਕੌਣ ਫੈਲਾ ਰਿਹਾ, ਪਰ ਇਹ ਗਲਤ ਹੈ ਕਿਉਂਕਿ ਅੰਦੋਲਨ ਨੂੰ ਅਸੀਂ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਸਰਕਾਰ ਤੇ ਦਬਾਅ ਪਾ ਕੇ ਰੱਖਣਾ ਹੈ। ਔਰ ਮੈਂ ਕੋਸ਼ਿਸ਼ ਅਸੀਂ ਕਰਾਂਗੇ ਕਿ ਪ੍ਰਸ਼ਾਸਨ ਤੋਂ ਜਿਹੜੇ ਦਿੱਲੀ ਪੁਲਿਸ ਹੈ ਉਹਨਾਂ ਤੋਂ ਇੱਕ ਮੈਪ ਪੁੱਛਿਆ ਜਾਵੇ ਵੀ ਤੁਹਾਨੂੰ ਕਿਹੜੇ ਪਾਸੇ ਰਸਤਾ ਦਿੰਦੇ ਹੋ। ਅਸੀਂ ਆਵਾਂਗੇ ਸ਼ਾਂਤੀ ਨਾਲ, ਜੇ ਉਹ ਦੇਣਗੇ ਠੀਕ ਹੈ, ਨਹੀਂ ਤਾਂ ਫਿਰ ਜਿਹੜੀ ਸੰਯੁਕਤ ਮੋਰਚੇ ਜਿਹੜੀ ਸਾਡੀ ਮੀਟਿੰਗ ਹੋਊਗੀ ਉਹਦੇ ਵਿੱਚ ਜੋ ਡਿਸਾਈਡ ਹੋਊਗਾ ਉਸ ਨੂੰ ਅਸੀਂ ਸਾਰੇ ਫੋਲੋ ਕਰਾਂਗੇ ਜੀ। ਭਾਜੀ, ਹੁਣ 10ਵੇਂ ਗੇੜ ਦੀ ਬੈਠਕ ਦਾ ਨਿਯੋਤਾ ਫਿਰ ਦਿੱਤਾ ਗਿਆ ਕੇਂਦਰ ਵੱਲੋਂ, ਸ਼ਾਮਲ ਹੋਵੋਗੇ?
ਜੇ ਫਿਰ ਸਮਾਂ ਬਰਬਾਦ ਹੁੰਦਾ ਤੇ ਫਿਰ ਅੱਗੇ ਰਣਨੀਤੀ ਕਿਸ ਤਰੀਕੇ ਤੈਅ ਕਰੋਗੇ? ਹੁਣ ਬੈਠਕਾਂ ਤੁਹਾਡੀਆਂ ਵੀ ਸਿੰਘੂ ਬਾਰਡਰ ਹੋਣਗੀਆਂ, ਹੁਣ ਕੱਲ ਮੀਟਿੰਗ ਕਰੋਗੇ? ਹਾਂ, ਬਿਲਕੁਲ ਸਾਡੀ ਕੱਲ ਤਾਂ ਮੀਟਿੰਗ ਗਈ ਵੀ ਜਿਹੜਾ ਸਮਾਂ ਬਰਬਾਦ ਹੈ। ਵੇਖੋ ਇੱਕ ਗੱਲ ਤਾਂ ਇਹ ਆ ਕਿ ਅਸੀਂ ਅੰਦੋਲਨ ਲੜ ਰਹੇ, ਘਰੋਂ ਆਏ ਹੋਏ ਆ। ਅਸੀਂ ਸਿੰਘੂ ਬਹਿ ਗਏ, ਟਿੱਕਰੀ ਬਹਿ ਗਏ, ਗਾਜ਼ੀਪੁਰ ਬਹਿ ਗਏ, ਪਲਵਲ ਬੈਠ ਜਗੇ, ਸਾਡਾ ਟਾਈਮ ਖਰਾਬ ਨਹੀਂ। ਇਹ ਸਰਕਾਰ ਨੂੰ ਦੇਖਣਾ ਪੈਣਾ ਕਿ ਉਹ ਟਾਈਮ ਆਪਦਾ ਖਰਾਬ ਕਰਦੇ ਪਏ, ਲੇਟ ਉਹ ਕਰ ਰਹੀ। ਜੇ ਸੰਘਰਸ਼ 'ਚ ਕੋਈ ਗੜਬੜ ਹੁੰਦੀ ਸਰਕਾਰ ਜ਼ਿੰਮੇਵਾਰੀ ਹੋਵੇ। ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ ਕਿ ਇਸ ਦਾ ਕਿਸਾਨਾਂ ਦਾ ਸਬਰ ਚੈੱਕ ਕਰ ਰਹੀ ਆ, ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਉਹ ਕਿਸਾਨ ਨੇ ਜਿਨ੍ਹਾਂ ਦੀ ਕਣਕ ਨੂੰ ਅੱਗ ਲੱਗ ਜਾਵੇ ਫਿਰ ਕਣਕ ਬੀਜਦੇ ਨੇ, ਹੜ੍ਹਾਂ 'ਚ ਵੀ ਰੁੜ ਜਾਂਦੀ। ਇਹਨਾਂ ਨੂੰ ਸਿਆਲਾਂ ਦੇ ਵਿੱਚ ਸਿਆਲਾਂ ਵਿੱਚ ਬੈਠਣਾ ਪੈਂਦਾ ਹੈ, ਗਰਮੀਆਂ ਦੀਆਂ ਧੁੱਪਾਂ ਕੱਢਣੀਆਂ ਪੈਂਦੀਆਂ। ਇਹਨਾਂ ਦਾ ਸਬਰ ਨਾ ਪਰਖੇ ਤੇ ਵਧੀਆ ਗੱਲ ਹੈ, ਨਹੀਂ ਤਾਂ ਅਸੀਂ ਤਾਂ ਇੱਥੇ ਖੜੇ ਹੋਏ ਹਾਂ। ਔਰ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, MSP ਦੇ ਕਾਨੂੰਨ ਨਹੀਂ ਬਣਦਾ, ਜਿਨ੍ਹਾਂ ਚੀਜ਼ਾਂ ਦੇ ਬੇਸਿਕ ਅੰਦੋਲਨ ਖੜਾ ਕੀਤਾ ਗਿਆ ਸੀ ਉਹਨਾਂ 'ਚ ਪਿੱਛੇ ਮੁੜਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੌਤ ਦੇ ਮੂੰਹ ਵਿੱਚ ਸਾਡੇ ਆਗੂਆਂ ਦਾ ਵੀ ਡਿੱਗਣ ਵਾਲੀ ਗੱਲ ਹੈ ਜੀ। ਧੰਨਵਾਦ ਕਿਰਪਾਲ ਸਿੰਘ ਜੀ, ਸਾਡੇ ਨਾਲ ਗੱਲਬਾਤ ਕਰਨ ਲਈ। ਹੋਰ ਵੀ ਕਿਸਾਨ ਆਗੂ ਇੱਥੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਵਿਗਿਆਨ ਭਵਨ ਲਗਾਤਾਰ ਬਣੇ ਹੋਏ ਆ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਗਿਆਨ ਭਵਨ ਦੀਆਂ। ਲਗਾਤਾਰ ਪਲ ਪਲ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਕਿ ਕਿਸਾਨੀ ਮੋਰਚਾ ਜਿਹੜਾ ਹੈ ਕਿੱਥੇ ਤੱਕ ਜਿਹੜਾ ਹੈ ਪਹੁੰਚ ਚੁੱਕਿਆ ਹੈ, ਕਿਉਂਕਿ ਲਗਾਤਾਰ ਸਰਕਾਰ ਦੇ ਅੜੀਅਲ ਰਵੱਈਏ ਕਰਕੇ ਕਿਸਾਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਕਾਫੀ ਠੰਡ ਦੇ ਵਿੱਚ ਬੈਠੇ ਨੇ, ਬਾਰਡਰਾਂ ਦੇ ਉੱਤੇ ਡਟੇ ਹੋਏ ਨੇ, ਲੇਕਿਨ ਸਰਕਾਰ ਜਿਹੜੀ ਹੈ ਉਹ ਬੇਜਿੱਦੀ ਹੈ, ਅੜੀਅਲ ਰਵੱਈਆ ਦਿਖਾ ਰਹੀ ਹੈ ਤੇ ਕਿਸਾਨ ਵੀ ਦੂਜੇ ਪਾਸੇ ਬੇਜਿੱਦ ਨੇ। ਕਿਸਾਨ ਆਗੂ ਹੋਰ ਇੱਥੇ ਸਾਡੇ ਨਾਲ ਜੁੜ ਗਏ ਨੇ। ਨਿਹਾਲਗੜ੍ਹ ਜੀ ਇੱਥੇ ਮੌਜੂਦ ਹੈਗੇ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਫਿਰ 9ਵੇਂ ਗੇੜ ਦੀ ਬੈਠਕ ਬੇਸਿੱਟਾ ਰਹੀ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਨਿਹਾਲਗੜ੍ਹ ਜੀ ਅੱਜ ਫਿਰ 10ਵੇਂ ਗੇੜ ਦੀ ਬੈਠਕ ਲਈ ਸੱਦ ਲਿਆ ਗਿਆ। 9 ਬੈਠਕਾਂ ਅੱਜ ਫਿਰ ਬੇਸਿੱਟਾ ਰਹੀਆਂ ਨੇ। ਸਰਕਾਰ ਦੀ ਮਨਸ਼ਾ ਕੀ ਹੈ, ਕਿਉਂ ਨਹੀਂ ਰੱਦ ਕਰਦੀ? ਕਾਰਪੋਰੇਟ ਘਰਾਣਿਆਂ ਦੇ ਝੁਕਾਅ ਹੇਠ, ਦਬਾਅ ਹੇਠ ਦੱਬ ਕੇ ਕੀ ਕੁਛ ਮੰਜ਼ਰ ਜਿਹੜਾ ਹੁਣ ਵੇਖਣਾ ਚਾਹੁੰਦੀ ਹੈ? ਦੇਖੋ, ਅੱਜ ਦੀ ਜਿਹੜੀ ਮੀਟਿੰਗ ਹੈ ਇਹ ਪਹਿਲੀਆਂ ਮੀਟਿੰਗਾਂ ਵਾਂਗ ਬੇਸਿੱਟਾ ਰਹੀ ਹੈ। ਇਸ ਜਦੋਂ ਅਸੀਂ ਸਵੇਰੇ ਗਏ ਹਾਂ ਅੰਦਰ, ਉਦੋਂ ਵੀ ਮੀਡੀਆ ਨੂੰ ਅਸੀਂ ਮੁਖਾਤਬ ਹੋਏ ਸੀ, ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਵੀ ਜਿਹੜੀ ਅੱਜ ਦੀ ਮੀਟਿੰਗ ਹੈ ਇਹਦੇ ਵਿੱਚ ਵੀ ਕੋਈ ਬੜੀ ਸਕਸੈਸਫੁਲ ਬਾਤਚੀਤ ਹੋਣ ਦੀ ਸੰਭਾਵਨਾ ਨਹੀਂ ਹੈਗੀ। ਇਸ ਕਰਕੇ ਜਿੱਥੇ ਤੱਕ ਸਾਡਾ ਮੀਟਿੰਗਾਂ ਦੇ ਵਿੱਚ ਜਾਣ ਦਾ ਸਵਾਲ ਹੈ, ਇਹ ਅਸੀਂ ਲਗਾਤਾਰ ਇਸ ਕਰਕੇ ਜਾਣੇ ਹਾਂ ਵੀ ਜਿਹੜਾ ਮੀਡੀਆ ਦਾ ਪ੍ਰਚਾਰ ਹੈ ਇਹਨਾਂ ਦੇ ਹੱਥ ਜ਼ਿਆਦਾ ਹੈ ਤੇ ਇਹਨਾਂ ਨੇ ਆਲ ਇੰਡੀਆ 'ਚ ਵੀ ਹੁਣ ਸਾਡੀ ਗੱਲ ਘੱਟ ਜਾਂਦੀ ਹੈ ਤੇ ਇਹਨਾਂ ਨੇ ਪ੍ਰਚਾਰ ਕਰਨਾ ਹੈ ਵੀ ਦੇਖੋ ਜੀ ਕਿਸਾਨ ਤਾਂ ਮੀਟਿੰਗਾਂ 'ਚੋਂ ਭੱਜ ਗਏ। ਅਸੀਂ ਹੁਣ ਵੀ ਨਹੀਂ ਜਵਾਬ ਦੇ ਕੇ ਅਗਲੀ ਮੀਟਿੰਗ ਹੈ ਜਿਹੜੀ ਉਹ ਆਪਣਾ 19 ਤਰੀਕ ਨੂੰ ਰੱਖੀ ਹੈ 12 ਵਜੇ, ਉਹਦੇ ਵਿੱਚ ਅਸੀਂ ਇੱਕ ਸਪਸ਼ਟ ਕੀਤਾ ਹੈ ਵੀ ਉਸ ਦਿਨ ਸਿਰਫ 3 ਕਾਨੂੰਨਾਂ ਤੇ ਔਰ ਚੌਥਾ MSP ਨੂੰ ਕਿਵੇਂ ਅਸੀਂ ਕਾਨੂੰਨੀ ਦਰਜਾ ਦੇਣਾ ਹੈ, ਇਸ 'ਤੇ ਹੀ ਬਾਤਚੀਤ ਕਰਨੀ ਹੈ। ਅਸੀਂ ਪਿਛਲੀਆਂ 3-4 ਮੀਟਿੰਗਾਂ ਤੋਂ ਅਸੀਂ ਇਹੀ ਗੱਲ ਤੁਹਾਨੂੰ ਸਪਸ਼ਟ ਕਰਦੇ ਹਾਂ, ਪਰ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਅਸੀਂ ਆ ਜਾਾਂਗੇ, ਨਹੀਂ ਵਰਨਾ ਅਸੀਂ ਮੀਟਿੰਗ 'ਚ ਨਹੀਂ ਆਵਾਂਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਫੈਸਲਾ ਲੈਣਾ ਹੈ ਵੀ ਜੇਕਰ ਅਸੀਂ ਸੋਚਾਂਗੇ ਵੀ ਹੋਰ ਮੀਟਿੰਗਾਂ 'ਚ ਕਿੰਨੀ ਦੇਰ ਤੱਕ ਆਇਆ ਜਾਵੇ ਜਾਂ ਦੇਸ਼ ਦੇ ਹਿੰਦੁਸਤਾਨ ਦੇ ਲੋਕ ਜਿਹੜੇ ਸਾਡੇ ਤੇ ਨਜ਼ਰਾਂ ਰੱਖ ਰਹੇ ਨੇ ਔਰ ਸਾਡੇ ਤੇ ਆਸਾਂ ਰੱਖ ਰਹੇ ਨੇ ਉਹਨਾਂ ਨੂੰ ਫਿਰ ਅਸੀਂ ਕੋਈ ਜਵਾਬ ਦੇਣਾ ਹੈ, ਇਸ ਗੱਲ ਦਾ ਕੁਛ ਨਾ ਕੁਛ ਦੱਸਣਾ ਹੈ ਵੀ ਇਹ ਹੁਣ ਦੱਸੋ ਵੀ ਕੀ ਕਰੀਏ। ਸਰਕਾਰ ਤਾਂ ਲਗਾਤਾਰ ਮੀਟਿੰਗਾਂ ਦੇ ਚੱਕਰ 'ਚ ਪਾ ਕੇ ਸਾਨੂੰ ਉਲਝਾ ਰਹੀ ਹੈ। ਔਰ ਅੱਜ ਦਾ ਜਿਹੜਾ ਸਰਕਾਰ ਦਾ ਇੱਕ ਮਨਸਾ ਸੀਗੀ, ਉਹ ਕਹਿ ਰਹੇ ਤੇ ਵੀ ਅਸੀਂ ਕਿਹਾ ਵੀ ਤੁਸੀਂ ਜਿੱਦੀ ਹੋ, ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਉਹ ਕਹਿੰਦੇ ਤੁਸੀਂ ਜਿੱਦੀ ਹੋ, ਤੁਸੀਂ ਅੱਗੇ ਨਹੀਂ ਵੱਧ ਰਹੇ। ਅਸੀਂ ਕਿਹਾ ਵੀ ਇਹ ਗੱਲ ਨਹੀਂ, ਸਾਡਾ ਜਿੱਦ ਪਾਉਣਾ ਕਸੂਰ ਤੁਸੀਂ ਨੇ ਕੀਤਾ ਹੈ ਤੇ ਸਾਡਾ ਉਹਦੇ 'ਚ ਕੀ ਜਿੱਦ ਪਾਉਣਾ ਕੀਤਾ ਸਾਡੇ ਤੇ ਹੈ। ਇਸ ਕਰਕੇ ਸਾਡਾ ਨੁਕਸਾਨ ਹੋ ਰਿਹਾ। ਤੁਸੀਂ ਇਹ ਕਾਨੂੰਨ ਗਲਤ ਬਣਾਏ ਨੇ, ਇਸ ਕਰਕੇ ਅਸੀਂ ਜਿੱਦੀ ਨਹੀਂ ਹੈਗੇ, ਜਿੱਦੀ ਤੁਸੀਂ ਹੋ। ਉਹਦੇ ਅਸੀਂ ਜਿੱਦ ਪਾਉਣੇ ਦੀਆਂ ਤੁਹਾਨੂੰ 2 ਉਦਾਹਰਨਾਂ ਦਿੰਦੇ ਹਾਂ। ਇੱਕ ਤਾਂ ਜਿਹੜੇ ਕਾਨੂੰਨ ਤੁਸੀਂ ਹੁਣ ਬਣਾਏ ਨੇ ਇਹਨਾਂ ਨੂੰ ਤੁਸੀਂ ਹੁਣੀ ਸੋਧ ਕਿਉਂ ਕਰ ਰਹੇ ਹੋ? ਇਹਦੇ 'ਚ ਜਿਹੜੇ ਕਾਨੂੰਨ ਬਣਦੇ ਨੇ ਉਹ 20-30 ਸਾਲ 50 ਸਾਲ ਚੱਲਦੇ ਨੇ, ਉਦੋਂ ਬਾਅਦ ਸਮੇਂ ਦੀਆਂ ਸਥਿਤੀਆਂ ਮੁਤਾਬਕ ਉਹ 'ਚ ਥੋੜ੍ਹੀ ਬਹੁਤੀ ਸੋਧ ਦੀ ਲੋੜ ਹੁੰਦੀ ਹੈ ਔਰ ਕਈ ਤਾਂ ਸਹੀ 100-100 ਸਾਲਾਂ ਤੋਂ ਚੱਲ ਰਹੇ ਨੇ ਔਰ ਤੁਸੀਂ ਇਹਨੂੰ ਹੁਣ ਬਣਾਉਣ ਸਰ ਕਰ ਰਹੇ ਹੋ। ਇਹਦਾ ਅਸੀਂ ਚਾਹੁੰਦੇ ਹਾਂ ਪਲੀਜ਼ ਇਹਨਾਂ ਕਾਨੂੰਨਾਂ ਨੂੰ ਤੁਸੀਂ ਅਮੈਂਡ ਕਰਨ ਦੀ ਬਜਾਏ ਵਾਪਸ ਲੈ ਲਓ। ਦੂਜਾ ਇਹ ਹੈ ਵੀ ਸੁਪਰੀਮ ਕੋਰਟ ਨੇ ਵੀ ਇਹਨਾਂ ਕਾਨੂੰਨਾਂ ਨੂੰ ਹੋਲਡ ਕਰਤਾ। ਉਹ ਜੇ ਇਹ ਠੀਕ ਹੁੰਦੇ ਤਾਂ ਸੁਪਰੀਮ ਕੋਰਟ ਵੀ ਇਹਨਾਂ ਨੂੰ ਹੋਲਡ ਨਹੀਂ ਕਰਨਾ ਸੀਗਾ। ਇਸ ਲਈ 2 ਮਹੱਤਵਪੂਰਨ ਉਦਾਹਰਨਾਂ ਤੁਹਾਡੇ ਅੱਗੇ ਨੇ ਔਰ ਵੀ ਇਹ ਜਿਹੜੀਆਂ ਹੈਗੀਆਂ ਨੇ ਕਾਨੂੰਨ ਤੁਸੀਂ ਪਲੀਜ਼ ਵਾਪਸ ਲੈਣੇ ਨੇ। ਉਸ ਤੋਂ ਪਹਿਲਾਂ ਸਾਡਾ ਕੋਈ ਤੁਹਾਡੇ ਨਾਲ ਸਮਝੌਤਾ ਨਹੀਂ, ਇਹ ਤੁਹਾਡਾ ਕਸੂਰ ਹੈ, ਸਾਡਾ ਨਹੀਂ। 2 ਕਦਮ ਨਹੀਂ, ਤੁਹਾਨੂੰ ਸਾਰੇ ਕਦਮ ਤੁਹਾਨੂੰ ਹੀ ਆਪ ਸਾਡੇ ਵੱਲ ਵਧਣਾ ਪਊਗਾ। ਇਸ ਕਰਕੇ ਇਹ ਗੱਲ ਹੋਈ ਹੈ। ਦੂਸਰਾ ਇੱਕ ਇਹ ਹੋਇਆ ਵੀ ਜਦੋਂ ਅਸੀਂ ਗਏ ਹਾਂ ਉਸੇ ਸਮੇਂ ਸਭ ਤੋਂ ਪਹਿਲਾਂ ਅਸੀਂ ਮੁੱਦਾ ਰੱਖਿਆ ਸੀ ਜਿਹੜੇ ਹਰਿਆਣੇ ਦੇ ਵਿੱਚ ਹਜ਼ਾਰਾਂ ਲੋਕ ਕਿਸਾਨਾਂ ਤੇ ਕੇਸ ਕਰੇ ਨੇ ਵੀ ਉਹਨਾਂ ਨੂੰ ਸਰਕਾਰ ਵਾਪਸ ਲਵੇ। ਔਰ ਪੰਜਾਬ ਦੇ ਵਿੱਚ NIA ਨੇ 5 ਟਰਾਂਸਪੋਰਟਰਾਂ ਦੇ, ਜਿਨ੍ਹਾਂ ਦੇ ਵਿੱਚੋਂ 3 ਲੁਧਿਆਣੇ ਦੇ ਨੇ ਔਰ 2 ਹੈਗੇ ਨੇ ਪਟਿਆਲੇ ਦੇ, ਉਹਨਾਂ ਨੂੰ ਨੋਟਿਸ ਕੱਢਤੇ
ਔਰ ਬਾਕੀ ਇੱਕ ਸੰਸਥਾ ਨੇ ਕੁਝ ਬੰਦਿਆਂ ਨੇ ਇਕੱਠੇ ਕਰਕੇ ਉਹਨਾਂ ਨੇ ਪੈਸੇ ਦਿੱਤੇ ਸੀਗੇ ਆਪਣੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਨੂੰ ਵੀ ਨੋਟਿਸ ਕੱਢਤੇ। ਅਸੀਂ ਕਿਹਾ ਵੀ ਤੁਸੀਂ ਸਾਡੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਸਾਡੀਆਂ ਜਿਹੜੇ ਲੋਕ ਸਾਡੀ ਮਦਦ ਕਰ ਰਹੇ ਨੇ ਉਹਨਾਂ ਤੇ ਝੂਠੇ ਕੇਸ ਹੀ ਨਹੀਂ ਬਣਾ ਰਹੇ, ਉਹਨਾਂ ਦੇ ਦੇਸ਼ ਧਰੋਹੀ ਦਾ ਵੀ ਪਰਚੇ ਦਰਜ ਕਰ ਰਹੇ ਹੋ। ਇਸ ਕਰਕੇ ਅਸੀਂ ਜੇ ਤੁਸੀਂ ਇਹ ਕੰਮ ਤੋਂ ਨਾ ਬਾਜ ਆਏ ਸਾਨੂੰ ਇਹਦੇ ਬਾਰੇ ਵੀ ਸੋਚਣਾ ਪਊਗਾ। ਔਰ ਅਸੀਂ ਹੁਣੇ ਕਹਿੰਦੇ ਹਾਂ ਤੁਹਾਨੂੰ ਵੀ ਇਮੀਡੀਏਟ ਜਿਹੜੇ ਇਹ ਐਕਸ਼ਨ ਨੇ ਇਹਨਾਂ ਨੂੰ ਸਰਕਾਰ ਬੰਦ ਕਰੇ। ਤਾਂ ਖੇਤੀ ਮੰਤਰੀ ਨੇ ਅੱਗੋਂ ਸਾਨੂੰ ਭਰੋਸਾ ਦਿੱਤਾ ਹੈ ਕਿ ਐਸੀ ਗੱਲ ਨਹੀਂ, ਜੇ ਇਸ ਨਾਲ ਕੋਈ ਰਿਲੇਟਡ ਕੇਸ ਨੇ ਤਾਂ ਮੈਂ ਤੜਕੇ ਜ਼ਰੂਰ ਉਹਦੇ ਦੇਖੀ ਨਾ ਤੁਹਾਨੂੰ ਰਿਪੋਰਟ ਕਰੂੰਗਾ, ਮਤਲਬ ਇਹ 'ਤੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗਾ। ਔਰ ਆਉਣ ਵਾਲੇ ਸਮੇਂ 'ਤੇ ਜੇ ਗਲਤ ਹੋਇਆ ਤਾਂ ਅਸੀਂ ਉਹਨੂੰ ਰੋਕਾਂਗੇ। ਇਹ ਸਾਡੇ ਨਾਲ ਉਹਨੇ ਇਹ ਵੀ ਵਿਸ਼ਵਾਸ ਕੀਤਾ ਹੈ। ਔਰ ਅਗਲੀ ਗੱਲ ਉਹਨਾਂ ਨੇ MSP ਦੇ ਮੁੱਦੇ 'ਤੇ ਅੱਜ ਗੱਲ ਨਹੀਂ ਕੀਤੀ। ਉਹ ਕਹਿੰਦੇ ਪਹਿਲਾਂ ਸਾਡੇ ਨਾਲ ਅਸੈਂਸ਼ੀਅਲ ਸਰਵਿਸ ਜਿਹੜਾ ਕਾਨੂੰਨ ਹੈ ਜ਼ਰੂਰੀ ਵਸਤਾਂ ਦਾ ਵੀ ਉਹ 'ਤੇ ਚਰਚਾ ਕਰੋ। ਅਸੀਂ ਕਿਹਾ ਚਰਚਾ ਨਹੀਂ ਕਰਨੀ, ਅਸੀਂ ਜੇ ਤੁਸੀਂ ਇਹ ਗੱਲ ਕਰਨੀ ਚਾਹੁੰਦੇ ਹੋ ਤਾਂ ਜਿਹੜਾ ਉਹ ਕਾਨੂੰਨ ਨਹੀਂ, ਉਹ 1955 ਦੇ ਕਾਨੂੰਨ ਦੇ ਵਿੱਚ ਸੋਧ ਹੈ, ਤੁਸੀਂ ਉਹ ਸੋਧ ਨੂੰ ਵਾਪਸ ਲੈ ਲਓ। ਇਹਦੇ 'ਚ ਰੀਪੀਲ ਵਾਲੀ ਤਾਂ ਗੱਲ ਹੀ ਨਹੀਂ। ਤੁਸੀਂ ਕਹਿੰਦੇ ਅਸੀਂ ਰੀਪੀਲ ਤੋਂ ਤੰਗ ਆ, ਮਤਲਬ ਉਹਦੇ 'ਤੇ ਐਲਰਜੀ ਆ ਸਾਨੂੰ। ਅਸੀਂ ਕਿਹਾ ਉਹ ਤਾਂ ਰੀਪੀਲ ਹੈ ਨਹੀਂ, ਉਹ ਤਾਂ ਵਾਪਸ ਲੈਣਾ, ਤੁਸੀਂ ਉਹਨੂੰ ਵਾਪਸ ਲੈ ਲਓ। ਅਸੀਂ ਇੱਕ ਲੈਣ ਦਾ ਕਿਹਾ, ਉਹਨਾਂ ਨੇ ਮਗਰੋਂ ਐਡਾ ਗ੍ਰੰਥ ਖੋਲ੍ਹ ਲਿਆ। ਰੇਲ ਮੰਤਰੀ ਅੱਜ ਕੱਲ੍ਹ ਉਹ ਵੀ ਉਹੀ ਦਾ ਦੂਜਾ ਮੰਤਰੀ ਹੈ ਇਸ ਨਾਲ ਰਿਲੇਟਡ, ਉਹ ਸਾਨੂੰ ਆਪਦੇ ਫਿਰ ਸੁਝਾਅ ਦੇਣ ਲੱਗਿਆ ਸੀ ਕਿ ਸਾਨੂੰ ਇਹਨਾਂ ਦੀ ਲੋੜ ਨਹੀਂ, ਸਾਨੂੰ ਇਸ 'ਤੇ ਜਵਾਬ ਚਾਹੀਦਾ ਹੈ ਵੀ ਤੁਸੀਂ ਕਹਿੰਦੇ ਰੀਪੀਲ ਨਹੀਂ ਕਰ ਲੈਂ ਤਾਂ ਇਹਦੀਆਂ ਸੋਧਾਂ ਵਾਪਸ ਲੈ ਲਓ, ਇੱਕ ਤਾਂ ਨਿਬੜੇ ਵਿੱਚੋਂ। ਇਸ ਕਰਕੇ ਗੱਲ ਸਾਡੀ ਉੱਥੇ ਜਿਹੜੀ ਹੈ ਉਹ ਥਾਂ ਦੀ ਥਾਂ ਰਹੀ ਹੈ। ਅਸੀਂ ਉਹ ਹੁਣ ਇੱਕੋ ਗੱਲ 'ਤੇ ਸਰਕਾਰ ਦੀ ਵੱਲੋਂ ਸੁਝਾਅ ਆਇਆ ਸੀ ਵੀ ਅਗਲੀ ਮੀਟਿੰਗ ਜ਼ਰੂਰ ਕਰੋ, ਅਸੀਂ ਸਹਿਮਤੀ ਦੇਤੀ। ਪਰ ਇਹ ਜ਼ਰੂਰ ਕਿਹਾ ਵੀ ਉਸ ਦਿਨ ਅਸੀਂ ਸਿਰਫ ਇਹਨਾਂ ਕਾਨੂੰਨਾਂ 'ਤੇ ਔਰ MSP ਦੀ ਗੱਲ ਕਰ ਰਹੇ ਜੀ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਸਨ ਨਿਹਾਲਗੜ੍ਹ ਸਾਡੇ ਨਾਲ ਜੁੜੇ ਹੋਏ ਸੀ, ਗੱਲਬਾਤ ਕਰ ਰਹੇ ਸੀ। ਸਰਕਾਰ ਨਾਲ ਕਿਸ ਤਰੀਕੇ ਦੀ ਵਿਚਾਰ ਚਰਚਾ ਹੋਈ ਹੈ ਅੰਦਰ, ਕਿਸ ਤਰ੍ਹਾਂ ਸਮਾਂ ਬਰਬਾਦ ਕੀਤਾ ਗਿਆ, ਦੱਸ ਰਹੇ ਸੀਗੇ। ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ ਕਾਨੂੰਨ ਰੀਪੀਲ ਕਰਨ ਨੂੰ ਲੈ ਕੇ, ਰੱਦ ਕਰਨ ਨੂੰ ਲੈ ਕੇ, ਸਿਰਫ ਸਮਾਂ ਬਰਬਾਦ ਲਗਾਤਾਰ ਕੀਤਾ ਜਾ ਰਿਹਾ ਹੈ। ਕਿਉਂਕਿ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ 10ਵੇਂ ਗੇੜ ਦੀ ਬੈਠਕ ਜਿਹੜੀ ਹੈ ਫਿਰ 19 ਤਰੀਕ ਨੂੰ ਸੱਦ ਲਈ ਗਈ ਹੈ 12 ਵਜੇ ਉਸੇ ਜਗ੍ਹਾ ਤੇ ਵਿਗਿਆਨ ਭਵਨ ਦੇ ਵਿੱਚ। ਤੇ ਕਿਸ ਤਰੀਕੇ ਨਾਲ ਸਮਾਂ ਬਰਬਾਦ ਕਰਨਾ ਸਰਕਾਰ ਫਿਰ ਰਣਨੀਤੀ ਤੈਅ ਕਰੇਗੀ। ਕਿਉਂਕਿ MSP ਤੇ ਲਗਾਤਾਰ ਜਤਾਈ ਜਾ ਰਹੀ ਸੀ ਗੱਲ ਕਿ ਅੱਜ ਸਰਕਾਰ MSP ਤੇ ਵੱਡਾ ਫੈਸਲਾ ਲੈ ਸਕਦੀ ਹੈ, ਲੇਕਿਨ ਸਰਕਾਰ ਤੇ ਅੱਜ ਚਰਚਾ ਕਰਨ ਤੋਂ ਵੀ ਭੱਜਦੀ ਵਿਖਾਈ ਗਈ ਹੈ। MSP ਦੀ ਗੱਲਬਾਤ ਤੋਂ ਭੱਜਦੀ ਵਿਖਾਈ ਗਈ ਹੈ। ਸਿਰਫ ਜ਼ੁਬਾਨੀ ਗੱਲਾਂ ਕਿ MSP ਜਾਰੀ ਰਹੇਗੀ, ਲੇਕਿਨ ਲਿਖਤੀ ਨੋਟੀਫਿਕੇਸ਼ਨ ਕੋਈ ਜਾਰੀ ਨਹੀਂ। ਸਮਾਂ ਬਰਬਾਦ ਲਗਾਤਾਰ ਕਿਸਾਨ ਸ਼ਹੀਦੀਆਂ ਪਾ ਰਹੇ ਨੇ, ਦਿਨੋਂ ਦਿਨ ਸੰਘਰਸ਼ ਤਿੱਖਾ ਹੁੰਦਾ ਜਾ ਰਿਹਾ। 26 ਜਨਵਰੀ ਦੀ ਤਿਆਰੀ ਪੂਰੀ ਹੈ, ਉਹਨੂੰ ਲੈ ਕੇ ਵੀ ਕਾਫੀ ਅਫਵਾਹਾਂ ਕਿਸਾਨੀ ਸੰਘਰਸ਼ ਨੂੰ ਖਰਾਬ ਕਰਨ ਦੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਲਗਾਤਾਰ D5 ਚੈਨਲ ਪੰਜਾਬੀ ਰਾਹੀਂ ਬਣੇ ਰਹੋ, ਅਪਡੇਟਸ ਲੈਂਦੇ ਰਹੋ। ਅਸੀਂ ਲਗਾਤਾਰ ਪਲ ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ, ਸਹੀ ਸਪਸ਼ਟ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ। ਕਿਸਾਨੀ ਮੋਰਚੇ ਦੀ ਅੱਗੇ ਦੀ ਕੀ ਰਣਨੀਤੀ ਤੈਅ ਕਰਦੀ ਹੈ ਸਰਕਾਰ, ਔਰ ਕਿਸਾਨਾਂ ਦੇ ਵਿੱਚ ਬੈਠਕ ਦੇ ਵਿੱਚ ਕੀ ਅਹਿਮ ਫੈਸਲਾ ਲੈਂਦੇ। 19 ਜਨਵਰੀ ਦੀ ਬੈਠਕ ਦੇ ਵਿੱਚ ਸਰਕਾਰ ਨਾਲ ਕਿਸ ਤਰੀਕੇ ਦੀ ਗੱਲ ਕਰਨੀ ਹੈ, ਉਹ ਸਿੰਘੂ ਬਾਰਡਰ ਤੇ ਸਾਰੀ ਜਥੇਬੰਦੀ ਇੱਕ ਵਾਰ ਫਿਰ ਮੀਟਿੰਗ ਲੈ ਕੇ ਫੈਸਲਾ ਕਰਨਗੇ ਕਿ 19 ਜਨਵਰੀ ਨੂੰ ਕਿਸ ਤਰੀਕੇ ਦੀ ਗੱਲ ਹੋਊਗੀ, ਉਹ ਆਉਣ ਵਾਲੇ ਸਮੇਂ 'ਚ ਤੈਅ ਹੋ ਜਾਏਗਾ। ਕੈਮਰਾ ਪਰਸਨ ਕਰਨਜੀਤ ਸਿੰਘ ਦੇ ਨਾਲ ਦਵਿੰਦਰ ਸਿੰਘ, D5 ਚੈਨਲ ਪੰਜਾਬੀ, ਵਿਗਿਆਨ ਭਵਨ, ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।